ਵਿਨੀਪੈਗ ਵਿੱਚ ਸਿਵਕ ਇਲੈਕਸ਼ਨ ਦਾ ਚੋਣ ਪ੍ਰਚਾਰ ਜਿਹੜਾ ਬੜਾ ਜ਼ੋਰਾਂ 'ਤੇ ਹੈ। ਮੇਅਰ ਦੀ ਇਲੈਕਸ਼ਨ ਹੋਣੀ ਆ, ਕੌਂਸਲਰ ਦੀ ਇਲੈਕਸ਼ਨ ਹੋਣੀ ਆ, ਔਰ ਵੱਖਰੀਆਂ ਵੱਖਰੀਆਂ ਸਕੂਲ ਡਿਵੀਜ਼ਨ ਦੇ ਟਰਸਟੀ, ਸਕੂਲ ਟਰਸਟੀ ਦੀ ਇਲੈਕਸ਼ਨ ਜਿਹੜੀ ਆ ਉਹ 26 ਤਰੀਕ ਨੂੰ, 26 ਅਕਤੂਬਰ ਨੂੰ ਵੋਟਾਂ ਪਾਈਆਂ ਜਾ ਰਹੀਆਂ। ਐਡਵਾਂਸ ਪੋਲਿੰਗ ਵਿੱਚ ਵੀ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ, ਪਰ 26 ਨੂੰ ਫਾਈਨਲੀ ਲੋਕੀ ਵੋਟ ਪਾਉਣਗੇ। ਉਸੇ ਸ਼ਾਮ ਨੂੰ ਨਤੀਜੇ ਜਿਹੜੇ ਅਨਾਊਂਸ ਕਰਤੇ ਜਾਣਗੇ। ਸ਼ਹਿਰ ਨੂੰ ਇੱਕ ਨਵਾਂ ਮੇਅਰ ਮਿਲੇਗਾ, ਬਹੁਤ ਸਾਰੇ ਨਵੇਂ ਕੌਂਸਲਰ ਅਤੇ ਸਕੂਲ ਟਰਸਟੀਜ਼ ਦੇ ਵਿੱਚ ਵੀ ਇਸ ਵਾਰੀ ਪਹਿਲੀ ਵਾਰੀ ਹੋਇਆ ਕਿ ਵੱਡੀ ਗਿਣਤੀ ਵਿੱਚ ਪੰਜਾਬੀ ਜਾਂ ਇੰਡੀਅਨ ਕਮਿਊਨਿਟੀਜ਼ ਦੇ ਕੈਂਡੀਡੇਟ ਜਿਹੜੇ ਉਹ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜਮਾ ਰਹੇ। ਸਾਡੇ ਨਾਲ ਅੱਜ ਵਾਇਸ ਆਫ ਇੰਡੀਆ 'ਤੇ ਇਸ ਸੰਬੰਧੀ ਚਰਚਾ ਕਰਨ ਵਾਸਤੇ ਹਾਜ਼ਰ ਨੇ ਮੈਡਮ ਅੰਜੂ ਔਰ ਹਰਪ੍ਰੀਤ ਜਵੰਦਾ ਜੀ। ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਅਸੀਂ ਓਪਨ ਕਰ ਰਹੇ ਹਾਂ ਡਿਸਕਸ਼ਨ ਜੀ, ਲੋਕਾਂ ਦੇ ਵਿੱਚ ਖੜੇ ਹੋ ਕੇ ਡਿਸਕਸ਼ਨ ਕਰ ਰਹੇ ਹਾਂ। ਜਵੰਦਾ ਜੀ, ਇਸ ਇਲੈਕਸ਼ਨ ਦੇ ਵਿੱਚ, ਸਿਵਕ ਇਲੈਕਸ਼ਨ ਦੇ ਵਿੱਚ ਲੋਕਾਂ ਦੇ ਮੁੱਦੇ ਜਿਹੜੇ ਆ ਉਹ ਰੁਲ ਗਏ ਜਾਂ ਉਹਨਾਂ ਵੱਲ ਧਿਆਨ ਦਿੱਤਾ ਜਾ ਰਿਹਾ ਜਾਂ ਦੇਣਾ ਚਾਹੀਦਾ? ਕਿਹੜੇ ਮੁੱਦੇ ਮੇਨ ਹੈਗੇ ਆ ਜਿਨ੍ਹਾਂ ਦੇ ਉੱਤੇ ਤੁਸੀਂ ਸਮਝਦੇ ਹੋ ਕਿ ਸਾਡੇ ਲੋਕਾਂ ਨੂੰ, ਜਿਹੜੇ ਵੋਟਰ ਆ, ਉਹਨਾਂ ਨੂੰ ਫੋਕਸ ਕਰਨਾ ਚਾਹੀਦਾ ਔਰ ਕੈਂਡੀਡੇਟ ਨੂੰ ਕਹਿਣਾ ਚਾਹੀਦਾ ਕਿ ਇਹ ਗੱਲਾਂ ਸਾਡੀਆਂ ਜਿਹੜੀਆਂ ਉਹ ਬੜੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ, ਇਹਨਾਂ ਵੱਲ ਧਿਆਨ ਦਿੱਤਾ ਜਾਵੇ? ਦੇਖੋ ਜੀ, ਹਰ ਇੱਕ ਦੇ ਬੱਚੇ ਪੜ੍ਹਦੇ ਸਕੂਲ 'ਚ ਜਾਂ ਗ੍ਰੈਂਡ ਸਨਸ ਪੜ੍ਹਦੇ, ਗ੍ਰੈਂਡ ਡਾਟਰਸ ਪੜ੍ਹਦੀਆਂ ਹੈ ਨੇ, ਅਤੇ ਇਸ਼ੂਜ਼ ਤਾਂ ਕਾਫੀ ਹੈਗੇ ਨੇ। ਹੁਣ ਲੋਹਾ ਗਰਮ ਹੈ, ਹੁਣ ਮਾਰਨ ਦਾ ਟਾਈਮ ਹੈ ਨਾ ਜੀ। ਜੇ ਇਸ਼ੂਜ਼ ਦੀ ਗੱਲ ਕਰੀਏ ਤਾਂ ਗਰਾਊਂਡ ਲੈਵਲ 'ਤੇ ਜਿਹੜੇ ਸਭ ਤੋਂ ਵੱਡੇ ਇਸ਼ੂਜ਼ ਹੈਗੇ ਨੇ, ਇੱਕ ਤਾਂ ਹੈ ਜੀ ਕਿ ਸਕੂਲਾਂ ਦੇ ਸਾਹਮਣੇ ਜਿਹੜੀ ਪਾਰਕਿੰਗ ਦਾ ਬਹੁਤ ਵੱਡਾ ਇਸ਼ੂ ਹੈ ਜੀ। ਹਰ ਇੱਕ ਬੰਦਾ ਜਿਹੜਾ ਅਫੋਰਡ ਨਹੀਂ ਕਰ ਸਕਦਾ ਬੱਸ, ਅਗਰ ਬੱਸ ਤੋਂ ਡਿਸਕੁਆਲੀਫਾਈ ਹੋ ਜਾਂਦਾ ਫਿਰ ਉਹਨੂੰ ਆਪ ਡਰੋਪ ਕਰਨਾ ਪੈਂਦਾ ਉੱਤੇ। ਲੇਕਿਨ ਜਦੋਂ ਉਹਨੇ ਡਰੋਪ ਕਰਨੇ ਆ ਬੱਚੇ, ਉਹ ਇਹ ਤਾਂ ਹੈ ਨਹੀਂ ਕਿ ਉਹਨੂੰ ਅੱਧਾ ਕਿਲੋਮੀਟਰ ਦੂਰ ਛੱਡ ਕੇ ਚੱਲ ਜੇ, ਹੈ ਨਾ। ਰਾਈਟ ਐਟ ਦਾ ਸਪਾਟ, ਰਾਈਟ ਐਟ ਦਾ ਐਂਟਰੈਂਸ ਜਦੋਂ ਉਹ ਬੱਚਿਆਂ ਨੂੰ ਡਰੋਪ ਕਰਦੇ ਆ ਅਤੇ ਫਿਰ ਉਹਨਾਂ ਨੂੰ ਥੋੜ੍ਹੀ ਦੇਰ ਰੁਕਣਾ ਵੀ ਪੈਂਦਾ ਹੈਗਾ। ਜਦੋਂ ਰੁਕਦੇ ਨੇ, ਹਾਂਜੀ, ਜਦੋਂ ਰੁਕਦੇ ਨੇ ਵਿੰਟਰ 'ਚ, ਈਵਨ ਸਮਰ ਦੇ ਵਿੱਚ ਵੀ, ਜਦੋਂ ਉਹ ਜਿਹੜਾ ਬੈਨ ਹੈ ਜਿਹੜਾ ਸਲੋ ਵਾਲਾ ਜਾਂ ਨੋ ਪਾਰਕਿੰਗ ਵਾਲਾ ਬੈਨ ਐਕਟੀਵੇਟ ਹੁੰਦਾ ਹੈ, ਉਦੋਂ ਵੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਹੈ। ਔਰ ਟਿਕਟਾਂ ਦੇਣ ਦਾ ਤਰੀਕਾ ਬੜਾ ਟਰੈਚਰਸ ਜਿਹਾ ਹੈਗਾ, ਬੜਾ ਨਾ ਉਹ ਸਸਪੀਸ਼ੀਅਸ ਜਿਹਾ ਹੈਗਾ ਕਿ ਤੁਸੀਂ ਖੜ੍ਹੇ ਹੋ, ਨੋ ਪਾਰਕਿੰਗ ਜ਼ੋਨ 'ਚ ਖੜ੍ਹੇ ਹੋ, ਚਾਹੇ ਤੁਸੀਂ ਫॉर द ਟਾਈਮਿੰਗ ਖੜ੍ਹੇ ਹੋ ਜਾਂ ਤੁਹਾਡੇ ਫਲੈਸ਼ਰ ਔਨ ਹੈਗੇ ਆ, ਜਾਂ ਕਿਸੇ ਕਾਰਨ ਕਰਕੇ ਅੱਗੇ ਤੁਹਾਨੂੰ ਹੈਡ ਅਪ ਨਹੀਂ ਮਿਲ ਰਿਹਾ ਹੈਗਾ ਅੱਗੇ ਜਾਣ ਵਾਸਤੇ, ਤਾਂ ਵੀ ਤੁਹਾਨੂੰ ਟਿਕਟ ਦੇਣ ਦਾ ਤਰੀਕਾ ਵੀ ਬੜਾ ਡਿਫਰੈਂਟ ਹੈਗਾ, ਹੈ ਨਾ। ਕਿ ਤੁਹਾਨੂੰ ਐਟ ਰੈਂਡਮ ਉਹਦੀ ਪਿਕਚਰ ਖਿੱਚ ਲਈ ਜਾਂਦੀ ਹੈ ਅਤੇ ਬਾਅਦ 'ਚੋਂ ਤੁਹਾਨੂੰ ਤੁਹਾਡੇ ਘਰੇ ਟਿਕਟ ਆ ਜਾਂਦੀ ਹੈਗੀ, ਜਿਹੜੀ ਬੜੀ ਪੇਨਫੁਲ ਹੈਗੀ। ਸਪੈਸੀਫਿਕਲੀ ਉਸ ਟਾਈਮ 'ਤੇ ਬੜੀ ਪੇਨਫੁਲ ਹੈ ਜਦੋਂ ਇਕਨੋਮਿਕ ਜਿਹੜੇ ਹਾਰਡਸ਼ਿਪਸ ਹੈਗੀਆਂ ਨੇ ਹਰ ਬੰਦਾ ਫੇਸ ਕਰ ਰਿਹਾ ਹੈ ਨਾ ਜੀ। ਸੋ ਇੱਕ ਤਾਂ ਇਹ ਇਸ਼ੂ ਹੈਗਾ। ਦੂਸਰਾ ਇਸ਼ੂ ਹੈ ਜੀ ਕਿ ਜਿਹੜੇ ਸਕੂਲਾਂ ਦਾ ਸਟੈਂਡਰਡ, ਜਿਹੜਾ ਸਕੂਲਾਂ ਦੇ ਵਿੱਚ ਜਿਹੜੇ ਨੇ ਸਪੈਸੀਫਿਕਲੀ ਜਿਹੜੇ, ਅਗਰ ਤੁਸੀਂ ਸੋਸ਼ੋ ਇਕਨੋਮਿਕ ਇਸ਼ੂਜ਼ ਲੈ ਕੇ ਚੱਲੋ, ਉਹਨਾਂ ਤੋਂ ਇਲਾਵਾ ਹੋਰ ਜਿਹੜੇ ਸਾਈਕੋਲੋਜੀਕਲ ਇਸ਼ੂਜ਼, ਜਿਸ ਤਰ੍ਹਾਂ ਬੁਲਿੰਗ ਹੁੰਦੀ ਹੈ ਜੀ, ਬਹੁਤ ਸਪੈਸੀਫਿਕਲੀ ਬੁਲਿੰਗ ਉਹਨਾਂ ਦੀ ਹੁੰਦੀ ਹੈ ਜਿਹੜੇ ਅਕਰੋਸ ਦਾ ਕੰਟੀਨੈਂਟ ਆਉਂਦੇ ਆ, ਜਿਨ੍ਹਾਂ ਦੀ ਡਰੈਸ ਦਾ ਜਿਹੜੀ ਕੰਡੀਸ਼ਨ ਹੈ, ਫੂਡ ਹੈ, ਲੈਂਗੁਏਜ ਹੈ, ਜਿਹੜਾ ਅਪੀਅਰੈਂਸ ਹੈ, ਜਿਹੜਾ ਬਾਡੀ ਲੈਂਗੁਏਜ ਹੈ, ਟੋਟਲੀ ਡਿਫਰੈਂਟ ਹੈਗੀ, ਜਿਨ੍ਹਾਂ ਨੂੰ ਅਸੀਮੀਲੇਟ ਹੋਣ ਲੱਗਿਆਂ ਟਾਈਮ ਲੱਗਦਾ ਹੈਗਾ ਅਤੇ ਉਹਨਾਂ ਨੂੰ ਕਾਫੀ ਬੁਲਿੰਗ ਕੀਤਾ ਜਾਂਦਾ ਹੈ। ਸਕੂਲਾਂ ਦੇ ਲੈਵਲ ਦੀ ਤੁਸੀਂ ਪ੍ਰੋਬਲਮ ਦੱਸੀ। ਸਿਵਕ ਇਲੈਕਸ਼ਨ ਨਾਲ ਸੰਬੰਧਿਤ ਬਹੁਤ ਸਾਰੀਆਂ ਹੋਰ ਲੋਕਾਂ ਦੀ, ਹਾਂਜੀ, ਸਿਵਿਕ ਦੀ ਵੀ ਮੈਂ ਗੱਲ ਕਰਦਾ ਜੀ, ਹਾਂਜੀ, ਸੜਕਾਂ ਦੀ ਗੱਲ ਹੈ, ਸਿਵਿਕ ਇਨਫਰਾਸਟ੍ਰਕਚਰ ਦੀ ਗੱਲ ਹੈ, ਤੇ ਉਹਨਾਂ ਵਿੱਚੋਂ ਕਿਹੜੀਆਂ ਗੱਲਾਂ ਇਸ ਤਰ੍ਹਾਂ ਜਿਨ੍ਹਾਂ ਤੇ ਫੋਕਸ ਕਰਨ ਦੀ ਲੋੜ ਹੈ? ਦੇਖੋ, ਉਹ ਇਸ਼ੂਜ਼ ਤੇ ਕਾਫੀ ਜ਼ਿਆਦਾ ਹੈ ਨੇ, ਬਹੁਤ ਜ਼ਿਆਦਾ ਇਸ਼ੂਜ਼ ਨੇ। ਮੈਂ ਪਹਿਲਾਂ ਅੰਜੂ ਹੋਰਾਂ ਨੂੰ ਸ਼ਾਮਲ ਕਰਦਾ, ਤੁਸੀਂ ਉਹਨਾਂ ਨੂੰ ਜੀ ਤੁਸੀਂ ਦੱਸੋ ਜਿਹੜੀਆਂ ਗੱਲਾਂ ਜਵੰਦਾ ਜੀ ਨੇ ਰੱਖੀਆਂ ਹੈਗੀਆਂ ਕਿ ਸਕੂਲ ਡਿਵੀਜ਼ਨ ਦੇ ਵਿੱਚ ਜਿਹੜੇ ਕੈਂਡੀਡੇਟ ਇਲੈਕਸ਼ਨ ਲੜਨ ਜਾ ਰਹੇ, ਉਹਨਾਂ ਦੇ ਸਾਹਮਣੇ ਇਹ ਇੱਕ ਕੁਐਸਚਨ ਹੋਣਾ ਚਾਹੀਦਾ ਕਿ ਤੁਸੀਂ ਜਿਹੜੇ ਸਕੂਲ ਦੇ ਬਾਹਰ ਪਾਰਕਿੰਗ ਲੋਕ ਪੇਰੈਂਟਸ ਨੂੰ ਬੱਚੇ ਡਰੋਪ ਕਰਨਾ ਆ ਜਾਂ ਪਿਕ ਕਰਨਾ ਆ, ਪ੍ਰੋਬਲਮ ਆਉਂਦੀ ਆ, ਜਾਂ ਬੱਸ ਸਰਵਿਸ ਦੀ ਪ੍ਰੋਬਲਮ ਹੈ, ਜਾਂ ਸਕੂਲਾਂ ਦੇ ਸਟੈਂਡਰਡ ਦੀ ਪ੍ਰੋਬਲਮ ਹੈ, ਉੱਥੇ ਬੁਲਿੰਗ ਹੁੰਦੀ ਹੈ, ਇਹਦੇ ਬਾਰੇ ਕੀ ਕਹਿੰਦੇ? वैसे तो जवानदा साहब ने पहले ये ऑलरेडी डिस्कस कर लिया है कि पार्किंग की जो इशू है वो तो बड़ी ही कॉमन है, एंड ही एक्सप्लेन्ड एवरीथिंग ऑलरेडी, आई थिंक सो। बट देखिए, जो स्कूल है, स्कूल एक ऐसी जगह है, चाहे पेरेंट्स जाना चाहें चाहे ना जाना चाहें, उनको उस जगह जाना ही है। उन्होंने बच्चों को छोड़ने जाने, क्योंकि हर सब पेरेंट्स जो भी है, बच्चे उनका एक फोकस होते हैं लाइफ का। एवरीबडी इज डूइंग फॉर द किड्स, अपना काम छੱਡ ਕੇ ਵੀ ਜਾਂਦੇ हाँ, वो हर कुछ करके कोई छोड़ने जा रहा है, कोई ग्रैंड पेरेंट्स छोड़ने जा रहे हैं। सो स्कूल की फैसिलिटीज़ सबसे ज़्यादा अच्छी होनी चाहिए। या कोई अच्छा होटल हो ना हो, अच्छा सिनेमा हॉल हो ना हो, कोई डिस्को हो ना हो, कोई मॉल हो ना हो, बट
स्कूल में सभी तरीके की फैसिलिटीज़ बच्चों के लिए होनी चाहिए, पेरेंट्स के लिए होनी चाहिए, क्योंकि देखिए सीधी सी बात है, हमारे पास जो बंदे आ रहे हैं वो सेकंड लैंग्वेज लेके यहाँ आ रहे हैं, जैसे कोई पंजाबी है या हिंदी है या फिलिपिनोज की तकालो लैंग्वेज है। तो सबसे पहले तो इनको ये जो कम्युनिकेशन की प्रॉब्लम है, कुछ तो स्कूल हल करते भी है, विच आई नो दैट ऑलरेडी, बट कुछ ऐसी चीज़ें, कोई ट्रांसलेटर एवरी टाइम उन्हें वहाँ रखने चाहिए, कोई उनको ऐसे, क्योंकि ये इशू है बड़े कॉम्प्लिकेटेड, बच्चे से रिलेटेड चीज़ अगर माँ ने बच्चे की परेशानी समझी नहीं, टीचर समझा नहीं पाई और समझी नहीं, तो स्कूल खत्म हो गया, इशू ही खत्म हो गया, फायदा कोई नहीं। कोई मैटर नहीं है। एक तो ये लैंग्वेज बैरियर, और ये ज़रूरी है कनाडा के लिए। कनाडा इज नोन फॉर मल्टीकल्चरिज्म, तो यू कैन स्टॉप दैम कि नहीं नहीं आप पायलट्स पास करेंगे, या जो पेरेंट है या मदर है, ग्रैंड पेरेंट्स हैं, क्योंकि ग्रैंड पेरेंट्स हैं बच्चों के, हमारे कम्युनिटी में बच्चे की बहुत टेक केयर करते हैं। यू कैंट एक्सपेक्ट देम एट द एज ऑफ 70 वो इंग्लिश सीखेंगे या बोलेंगे, या वो तो कालो लैंग्वेज बोल रहे हैं, वट एवर आई वो। सो इसलिए सबसे बड़ी प्रॉब्लम है कि बच्चों के बीच में और मदर के बीच में और टीचर के बीच में एक ट्रायंगल जैसा कोऑर्डिनेशन होना चाहिए। चीज़ें बहुत क्लियर होनी चाहिए, क्योंकि मैं बैक होम मैं भी टीचर रही हूँ। सो जो भी हमारे ट्रस्टी जीत के आए, जो भी आए, बहुत वेलकम है उनका, तो उनको सबसे पहले इन इश्यूज़ का ध्यान रखना है। और सबसे बड़ी बात है, जो टीचर्स कम्युनिटी में हैं, उन टीचर्स को भी इनको परमानेंट करना चाहिए कि छोटे बच्चे हैं, ये सब्स्टिट्यूट टीचर है, वो आज कभी स्कूल जा रही है, कभी उस स्कूल जा रही है, कभी उस स्कूल जा रही है, टीचर डिजर्विंग भी हैं, पर उनको सपोर्ट नहीं मिल रहा। रेगुलर किया जाना चाहिए, उन्हें रेगुलर करना चाहिए, ताकि देखिए अगर मान लीजिए आपको पता है इस आप परसेंटेज ले लीजिए, जैसे मान लीजिए हमारे एरिया में पंजाबी कम्युनिटी ज़्यादा है या फिलिपिनो ज़्यादा है, तो एक आधी ऐसी टीचर को परमानेंट कर सकते हैं, एंड दे आर वेरी वेल क्वालिफाइड, बिकॉज आप उनको ऑलरेडी चैलेंज एग्जाम ले रहे हैं, ओके वो पास हो गई, उनको लाइसेंस मिल गया, तो फिर परमानेंट क्यों नहीं किया। ਚਲੋ ਜਿਹੜੀਆਂ ਦੂਸਰੀਆਂ ਪ੍ਰੋਬਲਮਸ ਮੈਂ ਕਹਿੰਦਾ ਸੀਗਾ ਜਿੰਦਾ ਜੀ, ਜਿਵੇਂ ਮੈਂ ਗੱਲ ਕੀਤੀ ਹੈ ਕਿ ਬੱਸ ਸਰਵਿਸ ਦੀ ਗੱਲ ਹੈ, ਬੱਸ ਸਰਵਿਸ ਸਕੂਲ ਦੀ ਗੱਲ ਨਹੀਂ, ਬੱਸ ਸਰਵਿਸ ਜਨਰਲ ਬਹੁਤ ਸਾਰੇ ਏਰੀਆ ਇਦਾਂ ਦੇ ਆ, ਇਹ 10-10 12-12 ਸਾਲ ਹੋ ਗਏ ਏਰੀਆ ਡਿਵੈਲਪ ਹੋਇਆ ਨੂੰ, ਬੱਸ ਸਰਵਿਸ ਹੁਣ ਚਲਾਈ ਜਾ ਰਹੀ ਹੈ ਜਾਂ ਅਜੇ ਵੀ ਉਹ ਏਰੀਆ ਇਗਨੋਰ ਹੈਗੇ ਆ। ਔਰ ਕਈ ਵਾਰੀ ਕੀ ਹੁੰਦੇ, ਜਿਹੜੇ ਕਾਉਂਸਲਰ ਆ ਉਹ ਆ ਕੇ ਇੱਕ ਬੱਸ ਚਲਾ ਦਿੰਦੇ ਤੇ ਉਹ ਕਹਿੰਦੇ ਆ ਕਿ ਘਰੋਂ ਘਰੀ ਜਾ ਕੇ ਨੌਕ ਕਰਕੇ ਦੱਸ ਦੇ ਕੇ ਆਏ, ਦੇਖੋ ਜੀ ਅਸੀਂ ਸਰਵਿਸ ਸ਼ੁਰੂ ਕਰਵਾ ਦਿੱਤੀ, ਪਰ ਉਹ ਤਾਂ 12 ਸਾਲ ਬਾਅਦ ਹੋਈ, 14 ਸਾਲ ਬਾਅਦ ਹੋਈ। ਬੜੇ ਏਰੀਏ ਇਦਾਂ ਦੇ ਹੈਗੇ, ਹੋਰ ਵੀ ਹੈ। ਇਸ ਤੋਂ ਇਲਾਵਾ ਸੜਕਾਂ ਦੀ ਗੱਲ ਆਉਂਦੀ ਹੈ, ਬਹੁਤ ਸਾਰੀਆਂ ਸੜਕਾਂ ਜਿਹੜੀਆਂ ਉੱਤੇ ਪੈਥੋਲ ਹੁੰਦੇ ਆ, ਉਹ ਰਿਪੇਅਰ ਹੀ ਨਹੀਂ ਕੀਤੇ ਜਾਂਦੇ, ਸੜਕਾਂ ਨੂੰ ਰਿਪੇਅਰ ਹੀ ਨਹੀਂ ਕੀਤਾ ਜਾਂਦਾ। ਫਿਰ ਇਸ ਤੋਂ ਇਲਾਵਾ ਤੁਸੀਂ ਦੇਖੋ ਮੇਨ ਜਿਹੜੀ ਪ੍ਰੋਬਲਮ ਮੈਂ ਮਹਿਸੂਸ ਕਰਦਾ ਉਹ ਹੈਗੀ ਆ, ਬਹੁਤ ਸਾਰੇ ਰੇਲ ਟਰੈਕ ਜਿਹੜੇ ਸ਼ਹਿਰ ਦੀਆਂ ਸੜਕਾਂ ਦੇ ਵਿੱਚ ਹੈਗੇ ਆ, ਉੱਥੇ ਬੱਸ ਜਿਹੜੀ ਸਕੂਲ ਬੱਸ ਹੈ ਉਹਨੂੰ ਮੈਂਡੇਟਰੀ ਉੱਥੇ ਰੁਕਣਾ ਪੈਂਦਾ, ਪਰ ਉੱਤੇ ਕਦੀ ਟ੍ਰੇਨ ਕਦੀ ਲੰਘੀ ਨਹੀਂ, ਨਾ ਪੈਸੰਜਰ ਟ੍ਰੇਨ ਦਾ ਮਤਲਬ ਹੀ ਨਹੀਂ ਸ਼ਹਿਰ ਦੇ ਵਿੱਚ, ਗੁੱਡਸ ਟ੍ਰੇਨ ਵੀ ਕਦੀ ਲੰਘੀ ਨਹੀਂ। ਇਹੋ ਜਿਹੀਆਂ ਸਮੱਸਿਆਵਾਂ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾਂਦਾ? ਦੇਖੋ ਤੁਸੀਂ ਜੋ ਹੁਣੇ ਐਕਸਪਲੇਨ ਕੀਤਾ, ਮੈਂ ਉਹਦੇ 'ਚ ਸਪਲੀਮੈਂਟ ਕਰਨਾ ਚਾਹੁੰਦਾ ਕੁਝ ਹੋਰ। ਜਿਸ ਤਰ੍ਹਾਂ ਹੁਣ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੋਰ ਮੈਂ ਜਿਹੜੀ ਪ੍ਰੈਕਟੀਕਲੀ ਫੇਸ ਕਰਦਾ ਵਾਂ ਔਰ ਦੇਖਦਾ ਹਾਂ, ਉਹ ਹੈ ਜੀ ਟ੍ਰੈਫਿਕ ਦੀ ਇਸ਼ੂਜ਼ ਹੈਗਾ, ਉਹ ਹੈ ਜੀ ਲਾਅ ਐਂਡ ਆਰਡਰ ਦਾ ਇਸ਼ੂ ਹੈ, ਉਹ ਹੈ ਜੀ ਕਿ ਜਿਹੜਾ ਤੁਹਾਡਾ ਬੈਕ ਲੇਨਸ ਹੈਗੀਆਂ ਨੇ ਉਹਨਾਂ ਦੀ ਕੰਡੀਸ਼ਨਸ, ਸਾਰੀ ਸਮਰ ਲੰਘ ਗਈ ਹੈ, ਲੇਕਿਨ ਚਲੋ ਹੁਣ ਤਾਂ ਐਕਸਕਿਊਜ਼ ਆ ਗਿਆ ਸੀ ਕਿ ਸਮਰ ਥੋੜ੍ਹੀ ਲੇਟ ਆਈ ਹੈ, ਇਸ ਕਰਕੇ ਨਹੀਂ ਹੋ ਸਕੇ, ਮੇਨ ਜਿਹੜੀ ਪ੍ਰਾਇਓਰਿਟੀ ਸੀ ਕਿਤੇ ਹੋਰ ਸੀ, ਬਟ ਸਟਿਲ ਜਿਹੜਾ ਬੈਕ ਲੇਨਸ ਕਾਫੀ ਬੁਰੀ ਹਾਲਤ 'ਚ ਹੈਗੀਆਂ ਨੇ, ਠੀਕ ਹੈ ਜੀ। ਔਰ ਜਿਹੜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਮੈਂ ਦੱਸਾਂ ਤੁਹਾਨੂੰ ਕਿ ਤੁਸੀਂ ਕਾਲ ਕਰਦੇ ਹੋ 911 ਤੇ, ਔਰ ਉਹ ਕਹਿੰਦੇ ਜੀ ਕਿ ਤੁਹਾਨੂੰ ਵੇਟ ਕਰਨਾ ਪਏਗਾ ਅੰਟਿਲ ਅਨਲੈਸ ਕੋਈ ਲਾਈਫ ਥ੍ਰੈਟਨਿੰਗ ਇਸ਼ੂਜ਼ ਹੈਗਾ, ਤੇ ਠੀਕ ਹੈ ਜੀ। ਤੁਹਾਡੀ ਰੈਂਟਲ ਪ੍ਰਾਪਰਟੀ ਆ, ਉਹਦੇ 'ਚ ਅੰਦਰ ਐਮਰਜੈਂਸੀ ਕਾਲ ਕਰ ਲਓ, ਹਾਂਜੀ, ਉਹਦੇ 'ਚ ਤੁਸੀਂ ਦੇਖਦੇ ਹੋ ਕਿ ਕੋਈ ਇੰਟਰੂਡਰ ਹੈ ਜਾਂ ਕੋਈ ਬ੍ਰੇਕ ਇਨ ਕੀਤਾ ਤੁਹਾਡੇ ਸਾਹਮਣੇ ਉਹ ਕਰ ਰਿਹਾ, ਕੋਈ ਤੁਹਾਨੂੰ ਰਿਸਪੌਂਡ ਨਹੀਂ ਆਉਂਦਾ ਹੈਗਾ। ਨੈਕਸਟ ਡੇ ਆਉਂਦਾ ਹੈਗਾ, ਉਸ ਟਾਈਮ ਤੱਕ ਉਹ ਪ੍ਰਾਪਰਟੀ ਦੀ ਹਾਲਤ ਇੰਨੀ ਬੁਰੀ ਹੋ ਜਾਂਦੀ ਹੈ। ਮਤਲਬ ਮੈਂ ਐਗਜ਼ਾਮਪਲ ਦੇ ਰਿਹਾ ਤੁਹਾਨੂੰ, ਠੀਕ ਹੈ ਜੀ। ਬਾਕੀ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਜਿਹੜੇ ਹੋਰ ਇਸ਼ੂਜ਼ ਹੈਗੇ ਨੇ, ਹੈ ਨਾ ਜੀ, ਹੋਰ ਇਸ਼ੂਜ਼ ਜਿਹੜੇ ਨੇ ਉਹ ਡੇਲੀ ਟੂ ਡੇਲੀ ਬੇਸਿਸ 'ਤੇ ਅਸੀਂ ਫੇਸ ਕਰਦੇ ਹੈਗੇ ਹਾਂ। ਕਈ ਤਰ੍ਹਾਂ ਦਾ ਟਰਾਂਸਪੋਰਟੇਸ਼ਨ ਜਿਹੜੀ ਐਲੋਕੇਸ਼ਨ ਹੈ, ਜਿਹੜਾ 6-6 7-7 8-8 ਸਾਲ ਹੋ ਗਏ ਨੇ, ਜਿੱਥੇ ਜਿਸ ਤਰ੍ਹਾਂ ਹੁਣ ਸਟੂਡੈਂਟਸ ਨੂੰ ਐਲੋਕੇਸ਼ਨ ਹੋਈ ਹੈ ਇੱਥੇ, ਹੈ ਨਾ, ਸੀਟਾਂ ਦੀ ਰਹਿੰਦੇ ਹੈਗੇ ਨੇ, ਉਹਨਾਂ ਨੇ ਗੱਡੀਆਂ ਵੀ ਲਾਉਣੀਆਂ ਹੈਗੀਆਂ ਨੇ, ਚਲੋ ਫਿਰ ਉਹ ਬੱਸ ਵੀ ਫੜਦੇ ਹੈ ਨੇ, ਉਸ ਜਗ੍ਹਾ 'ਤੇ ਰੂਟ ਹੀ ਹੈ ਨਹੀਂ ਹੈ, ਠੀਕ ਹੈ ਜੀ। ਅਗਰ ਰੂਟ ਨਹੀਂ ਹੈਗਾ ਤਾਂ ਫਿਰ ਜਿਹੜੀ ਕੰਸਨਟ੍ਰੇਸ਼ਨ ਹੈ ਸਟੂਡੈਂਟਸ ਦੀ, ਜਿਹੜੇ ਨਵੇਂ ਇਮੀਗ੍ਰੈਂਟਸ ਆ, ਉਸ ਜਗ੍ਹਾ 'ਤੇ ਹੁੰਦੀ ਜਿੱਥੇ ਬੱਸ ਰੂਟ ਹੈਗੇ, ਉਹ 'ਤੇ ਓਵਰ ਪਾਪੂਲੇਸ਼ਨ ਹੁੰਦੀ ਹੈਗੀ, ਉੱਥੇ ਰਸ਼ ਜ਼ਿਆਦਾ ਓਵਰ ਕਰਾਊਡਡ ਹੋ ਜਾਂਦਾ ਹੈਗਾ। ਸੋ ਇਸ ਤਰ੍ਹਾਂ ਦੇ ਇਸ਼ੂਜ਼ ਹੈ ਨੇ। ਔਰ ਇੱਕ ਜਿਹੜੀ ਹੁੰਦਾ ਨਾ ਕਿ ਸੈਂਸ ਆਫ ਰਿਸਪੌਂਸਿਬਿਲਿਟੀ, ਹੁਣ ਤੁਸੀਂ ਇੱਕ ਸਿੰਪਲ ਕਾਲ ਕਰਦੇ ਹੋ, ਉਹ ਕਹਿੰਦੇ ਕਿ ਫਲਾਣੇ ਡਿਪਾਰਟਮੈਂਟ ਨੂੰ ਕਾਲ ਕਰੋ ਤੁਸੀਂ, ਹੈ ਨਾ ਜੀ, ਸਿਟੀ ਨੂੰ ਕਾਲ ਕਰਦੇ ਜੀ, ਸਿਟੀ ਕੌਂਸਲ ਨੂੰ ਕਾਲ ਕਰੋ। ਸਿਟੀ ਕੌਂਸਲ ਇਹ ਜਿਹੜਾ ਮੈਟਰ ਆ, ਇਹ ਇਸ਼ੂ ਹੈਗਾ ਜੀ ਸਟੇਟ ਦਾ ਇਸ਼ੂ ਹੈਗਾ, ਸਟੇਟ ਦਾ ਫੈਡਰਲ ਇਸ਼ੂ ਹੈਗਾ। ਸੋ ਇੱਕ ਕੋਆਰਡੀਨੇਸ਼ਨ ਦੀ ਤੁਸੀਂ ਗੱਲ ਕੀਤੀ ਹੈ, ਕੋਆਰਡੀਨੇਸ਼ਨ ਬਹੁਤ ਜ਼ਰੂਰੀ ਹੈ। ਸੋ ਇਸ ਤਰ੍ਹਾਂ ਦੇ ਕਾਫੀ
ਮਲਟੀ ਡਾਈਮੈਂਸ਼ਨਲ ਇਸ਼ੂਜ਼ ਹੈਗੇ ਨੇ ਜਿਹੜੇ ਕਈ ਵਾਰੀ ਯਾਦ ਆਉਂਦੇ ਰਾਈਟ ਐਟ ਦਾ ਸਪੌਟ ਤੁਹਾਨੂੰ ਯਾਦ ਹੀ ਨਹੀਂ ਆਉਂਦੇ ਹੈਗੇ ਕਈ ਵਾਰੀ ਹੈ ਨਾ ਲੇਕਿਨ ਜਦੋਂ ਕੋਈ ਪ੍ਰੋਬਲਮ ਆਉਂਦੀ ਸਾਨੂੰ ਉਦੋਂ ਹੀ ਪਤਾ ਲੱਗਦਾ ਹਾਂਜੀ ਹੁੰਦਾ ਹੈ। ਫਿਰ ਇੱਕ ਜਿਹੜੀ ਹੈ ਕਿ ਕੁਛ ਰੂਟਸ ਜਿਹੜੇ ਨੇ ਉਹ ਜਿਸ ਤਰ੍ਹਾਂ ਹੁਣ ਪੈਮੀਨਾ ਹਾਈਵੇ ਹੈ, ਪੈਮੀਨਾ ਹਾਈਵੇ ਜਿੱਥੋਂ ਤੋਂ ਮੈਕਲਿਵਰੀ ਤੱਕ ਜਾਂਦੇ ਉਹਨਾਂ ਨੇ 3 ਲੇਨ ਕੀਤਾ ਹੈਗਾ। ਚਲੋ ਚੱਲਿਆ ਪ੍ਰੋਜੈਕਟ 2-3 ਸਾਲ ਚੱਲਿਆ ਹੈਗਾ ਲੇਕਿਨ ਹੁਣ ਉੱਥੇ ਸੌਟ ਆਊਟ ਹੋ ਗਿਆ। ਲੇਕਿਨ ਤੁਸੀਂ ਅਗਰ ਮੈਕਫਿਲਿਪ ਦੇਖਦੇ ਹੈਗੇ ਹੋ ਫਰੋਮ ਨੋਟਰਡੈਮ ਟਿਲ ਦਾ ਟੈਂਪਲਟਨ ਦੇਖਦੇ ਹੋ ਬਿਟਵੀਨ 3 to 4:30 ਤੇ ਇੱਥੇ ਟ੍ਰੈਫਿਕ ਜੈਮਸ ਲੱਗੇ ਹੁੰਦੇ ਲੰਬੇ ਲੋਕੀ ਜਿਹੜੇ ਹਨ ਅਲਟੀਮੇਟਲੀ ਉਹਨਾਂ ਨੂੰ ਉੱਥੇ ਵੀ ਪ੍ਰੋਬਲਮ ਆਉਂਦੀ ਹੈਗੀ। ਸੋ ਇਹ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਹੈ ਤੇ ਫॉर द ਟਾਈਮ ਬੀਇੰਗ ਲੱਗਦਾ ਹੈ ਕਿ ਬੜੇ ਨਾਨ ਸੀਰੀਅਸ ਇਸ਼ੂਜ਼ ਹੈਗੇ ਨੇ ਲੇਕਿਨ ਸੀਰੀਅਸਲੀ ਇਹ ਬੂਮਰੈਂਗ ਲੋਕਾਂ ਨਾਲ ਸਿੱਧਾ ਸੰਬੰਧ ਹੈ। ਹਾਂਜੀ ਰਣਜੂ ਜੀ ਜਿਵੇਂ ਜਵੰਦਾ ਜੀ ਨੇ ਕੁਝ ਛੋਟੇ ਪੁਆਇੰਟ ਰੇਜ਼ ਕੀਤੇ ਆ ਕਿ ਇਹ ਪ੍ਰੋਬਲਮਸ ਲੋਕੀ ਇਨ ਫੈਕਟ ਫੇਸ ਕਰ ਰਹੇ ਹੈਗੇ ਪਰ ਕਿੱਥੇ ਜਾਣ ਕਿਹਦੇ ਨਾਲ ਗੱਲ ਕਰਨ। ਕਾਉਂਸਲਰ ਦੇ ਆਫਿਸਿਸ ਦੀ ਪ੍ਰੈਕਟੀਕਲ ਗੱਲ ਹੈ ਕਾਉਂਸਲਰ ਆਫਿਸ ਕਾਉਂਸਲਰ ਨਹੀਂ ਮਿਲਦੇ ਉਹਨਾਂ ਦੇ ਸੈਕਟਰੀ ਜਾਂ ਪੀਏ ਮਿਲਦੇ ਹੈਗੇ ਉਹ ਕਹਿੰਦੇ ਸਾਨੂੰ ਈਮੇਲ ਕਰ ਦਿਓ ईमेल ਦਾ ਕਈ ਮਹੀਨੇ ਜਵਾਬ ही नहीं आता ਕੀ सोल्यूशन है? सोल्यूशन ये है कि इनको इन पर्सन हमारे लोगों को अटेंड करना चाहिए, कोई टाइमिंग फिक्स करने चाहिए एवरीडे 8 से 12 या 12 से 2 या 4 5 जो भी वट एवर डेज उनको ही फिक्स करना चाहिए। इनको इसलिए लोग चुन के इकट्ठा करते हैं खड़ा करते हैं ताकि वो हमारी उम्मीदों पे खरे उतरे। इसलिए नहीं क्योंकि आपको बिकॉज यू वाना अब एक मेयर बनना चाहते थे या सिटी काउंसलर बनना चाहते थे वो आपकी अपनी विश थी उसको लोगों ने पूरा किया। तो जिस चीज़ के लिए आप यहाँ खड़े हुए हैं तो उसको आपको फुलफिल करना चाहिए, रिस्पॉन्सिबिलिटी है। और आपने एक बात अभी बोली थी बुली वाली और बच्चों की है, मेरे हिसाब से बच्चों को स्कूल में एक यूनिफॉर्म भी दे देनी चाहिए क्योंकि यूनिफॉर्म में एक यूनिफॉर्मिटी मतलब यूनिफॉर्मिटी एक साथ क्योंकि बहुत सारे बच्चों में भी वो इशू आ जाते हैं क्योंकि हमारे बच्चे भी पढ़े हैं हमने देखा है कि वो तो बहुत अच्छे कपड़े पहनते हैं वो तो ये क्योंकि वैसे भी बच्चों ने कपड़े पहनने हैं एक यूनिफॉर्म पहन लेंगे तो और यूनिफॉर्मिटी आ जाएगी सब बच्चे एक समान लगने लगते हैं। तो ये बहुत कुछ छोटी बातें हैं। बंदा ने एक बड़ा टेक्निकल पॉइंट बड़ा वाजिब पॉइंट रेज किया हैगा वो किया हैगा क्राइम वाली गल। मेरा एक क्वेश्चन परसनल क्वेश्चन है मैं जवंदा जी वेखदा कि कुछ स्टोर है ग्रोसरी स्टोर है ਵੱਡੇ स्टोर है ਜਿਹੜਾ ਪ੍ਰੈਜ਼ੀਡੈਂਟ ਚੁਆਇਸ ਹੈ ਜਿਹਨੂੰ ਸੁਪਰ ਸਟੋਰ ਅਸੀਂ ਕਹਿੰਦੇ ਹਾਂ ਵਾਲਮਾਰਟ ਹੈ ਹੋਰ ਸਟੋਰ ਹੈਗੇ ਆ ਜਿੱਥੇ ਆਮ ਸ਼ਿਕਾਇਤ ਉਹਨਾਂ ਨੂੰ ਹੁੰਦੀ ਹੈ ਸਟੋਰ ਓਨਰਸ ਨੂੰ ਹੁੰਦੀ ਹੈ ਕਿ ਇੱਥੋਂ ਚੋਰੀਆਂ ਹੁੰਦੀਆਂ ਜਿਸ ਕਰਕੇ ਸਾਨੂੰ ਪੁਲਿਸ ਨੂੰ ਕਾਲ ਕਰਨਾ ਪੈਂਦਾ। ਕੀ ਪੁਲਿਸ ਨੂੰ ਸਟੋਰਾਂ ਦੀਆਂ ਰੱਖੀਆਂ ਕਰਨ ਵਾਸਤੇ ਰੱਖਿਆ ਗਿਆ उन्होंने तो क्राइम रोकने लिए बड़े क्राइम सिक्योरिटी है गार्ड हायर करें आप उसके लिए सिक्योरिटी है अब सिक्योरिटी गार्ड हायर करें अगर आपका सामान उतने अगर ऐसा ही देख वो इसको इवेल्युएट करते हैं कि चोरी में सामान ज़्यादा जाता है तो वो ठीक है वो सिक्योरिटी गार्ड हायर करें लोगों को रोजगार मिलेगा और आपकी चीज़ें सेफ होंगी क्राइम घटेगा। विनिपेग के जो एक ये भी एक बहुत बड़ा इशू है जो ऐसे चोरी हो रही है या वट एवर द केस। तो किसी भी चीज़ को रोकने के लिए हमें कहते हैं ना प्रिवेंशन इज़ बेटर देन क्योर तो बढ़ने ही ना दिया जाए उसको पहले रोक दिया जाए। मतलब मेरा क्वेश्चन ये ਸੀਗਾ ਕਿ ਉੱਥੇ ਪੁਲਿਸ ਨੂੰ ਅਪਾਇੰਟ ਕੀਤਾ ਜਾਂਦਾ नहीं पुलिस का तो ਜਦੋਂ ਕਿ ਪੁਲਿਸ ਕਨਸਟੇਬਲ ਜਿਹੜਾ ਕਿਸੇ ਹੋਰ ਜਗ੍ਹਾ ਲੱਗ ਕੇ ਤੇ ਉਹ ਵਧੀਆ पुलिस और सिक्योरिटी गार्ड में बहुत फ़र्क है दोनों की सैलरी में बहुत फ़र्क है दोनों के कामों में बहुत फ़र्क है। सिक्योरिटी गार्ड उसको स्टॉप कर सकता है उसको उसके लिए कोई गन निकालने की ज़रूरत नहीं है वो ऑलरेडी आप देखा डॉलरामा है छोटी छोटी जगहों में सिक्योरिटी गार्ड्स ऑलरेडी है या मॉल्स में रखे हुए हैं। अब सुपर स्टोर कोई इतनी बड़ी इशू नहीं है कि आप एक मॉल में तो सिक्योरिटी गार्ड खड़ा करना और एक सुपर स्टोर में पुलिस वाले की सर्विसेज बहुत एक्सपेंसिव है उसकी ट्रेनिंग बहुत एक्सपेंसिव है उसकी सैलरी बहुत एक्सपेंसिव उसमें 2 सिक्योरिटी गार्ड रख सकते हैं। ਜਵੰਦਾ ਜੀ ਇੱਕ ਮੇਰਾ ਪੁਆਇੰਟ ਆ ਤੁਹਾਡੇ ਲਈ ਤੁਸੀਂ ਰੀਅਲ estate ਨਾਲ ਦੋਨੋਂ ਹੀ ਲਿੰਕ ਹੈਗੇ ਹੋ ਇੱਕ ਏਰੀਆ ਹੈ ਜਿਹਨੂੰ ਅਸੀਂ ਨਾਰਥ ਐਂਡ ਜਾਂ ਵੈਸਟ ਐਂਡ ਕਹਿੰਦੇ ਹੈਗੇ ਉਹ ਇਗਨੋਰਡ ਜਿਹਾ ਏਰੀਆ ਉੱਥੇ ਬਾਰੇ ਆਮ ਸ਼ਿਕਾਇਤਾਂ ਹੁੰਦੀਆਂ ਕਿ ਡਿਵੈਲਪਮੈਂਟ ਨਹੀਂ ਹੁੰਦੀ ਸਾਫ ਸਫਾਈ ਦਾ ਇਸ਼ੂ ਉੱਥੇ ਹੈਗਾ ਲੋਕਾਂ ਦਾ ਸਟੈਂਡਰਡ ਜਿਹੜਾ ਲਿਵਿੰਗ ਸਟੈਂਡਰਡ ਹੈਗਾ ਉਹਦਾ ਵੀ ਇਸ਼ੂ ਹੈਗਾ ਐਜੂਕੇਸ਼ਨ ਦਾ ਵੀ ਹੈਗਾ ਹੈਲਥ ਦਾ ਵੀ ਹੈਗਾ ਇਹ ਏਰੀਆ ਪਾਰਟਿਕੂਲਰਲੀ ਕਿਉਂ ਇਗਨੋਰਡ ਹੈ? देखो 2 एरियाज़ ਨੂੰ ਮੈਂ ਕੰਪੈਰੀਜ਼ਨ ਕਰਦਾ ਇੱਕ ਤੇ ਵੈਲਿੰਗਟਨ ਕ੍ਰੈਸੈਂਟ ਹੈ ਔਰ ਇੱਕ ਨਾਰਥ ਐਂਡ ਹੈ ਨਾ ਜੀ। ਮੈਂ ਤੁਹਾਨੂੰ ਯਾਦ ਹੋਏਗਾ 3-4 ਸਾਲ ਪਹਿਲੇ ਆਪਾਂ ਪ੍ਰੋਗਰਾਮ ਕੀਤਾ ਸੀ ਕਿ ਜਿਹੜੀ ਇੱਕ ਰਿਪੇਅਰ ਕਾਲ ਹੈ ਅਗਰ ਤੇ ਵੈਲਿੰਗਟਨ ਕ੍ਰੈਸੈਂਟ ਤੋਂ ਆਉਂਦੀ ਹੈ ਤੇ ਉੱਥੇ ਸਾਰਾ ਕਰੂ ਲੱਗ ਜਾਂਦਾ ਰਾਈਟ ਐਟ ਦਾ ਸਪੌਟ ਹੈ ਨਾ ਮੇ ਬੀ ਸੇਮ ਡੇ ਅਗਰ ਸੇਮ ਕਾਲ ਆਉਂਦੀ ਹੈ ਕਿਤੇ ਜਾਂ ਕੋਈ ਕੰਪਲੇਨ ਕਰਦਾ ਜਾਂ ਕੋਈ ਇਨਸੀਡੈਂਟ ਹੁੰਦੀ ਹੈਗੀ ਹੈ ਨਾਰਥ ਐਂਡ 'ਚ ਤਾਂ ਉਹ ਉੱਥੇ 2-2 3-3 4-4 ਦਿਨ ਨਹੀਂ ਕਿਉਂ ਆਉਂਦਾ ਹੈਗਾ ਔਰ ਅਗਰ ਆਉਂਦਾ ਵੀ ਹੈ ਤੇ ਉਹ ਪ੍ਰੋਲੋਂਗਡ ਹੁੰਦਾ ਪ੍ਰੋਸੈਸ ਲਾਈਕ 4-4 5-5 ਦਿਨ ਲੇਨ ਬੰਦ ਰਹਿੰਦੀ ਹੈ। ਤੇ ਮਤਲਬ ਇੱਕ ਅਜ਼ੰਪਸ਼ਨ ਲੈ ਲਈ ਗਈ ਹੈ ਕਿ ਇਹ ਜਿਹੜਾ ਇਹ ਲੀਸਟ ਬਾਰਡਰਡ ਏਰੀਆ ਹੈਗਾ ਲਾਈਕ ਇਹਦੇ ਤੇ ਅਗਰ ਧਿਆਨ ਨਾ ਵੀ ਦਿੱਤਾ ਜਾਏ ਤੇ ਇਹਦੇ ਤੇ ਕੋਈ ਫਰਕ ਨਹੀਂ ਪੈਣਾ ਹੈਗਾ। ਤੁਸੀਂ ਕਹਿੰਦੇ ਹੋ ਜੀ ਆਮ ਲੋਕਾਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਜਿਹੜਾ ਸਿਟੀ ਦਾ ਨਾਰਥ ਸਾਈਡ ਏਰੀਆ
ਇੱਥੇ ਕੋਈ ਸਿਟੀ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਧਿਆਨ ਨਹੀਂ ਦਿੱਤਾ ਜਾਂਦਾ। ਪਰ ਜਿਹੜੇ ਲੋਕ ਸਾਊਥ ਵਿੱਚ ਰਹਿੰਦੇ ਉਹਨਾਂ ਨੂੰ ਲੱਗਦਾ ਕਿ ਸੱਚੀ ਮੁੱਚੀ ਅਸੀਂ ਕੈਨੇਡਾ ਆਏ ਹਾਂ। ਇੱਥੇ ਤਾਂ ਲੱਗਦਾ ਕਿ ਬਾਤ ਲੁਧਿਆਣੇ ਚੰਡੀਗੜ੍ਹ 'ਚ ਹੀ ਹੈ। देखिए इसमें अगर ये इतने लोग ऐसा बोलते हैं तो इसमें लोगों की कोई गलती नहीं है, इसमें उस जगह के जो नेता हैं या लीडर्स हैं ये उनकी कमी है। क्योंकि अगर उनके ज्यूरिडिक्शन में या उनके किसी एरिया में ऐसा काम हो रहा है और वो इन सब चीज़ों का ध्यान नहीं दे रहे तो ये उनका फेलियर है। ਫॉर एग्जांपल ਵਿੰਟਰ ਵਿੱਚ ਸਨੋ ਰਿਮੂਵਲ ਲਈ ਇਹ ਏਰੀਆ ਜਿਹੜਾ ਵਾ ਉਹ Ignore ਸੈਕੰਡਰੀ किया ਹੁੰਦਾ। ਹਾਂਜੀ ਠੀਕ ਹੈ ਜੀ। ਸਮਰ ਵਿੱਚ ਗ੍ਰਾਸ ਕਟਿੰਗ ਦੀ ਗੱਲ ਹੈ ਤੇ ਇਹ ਸੈਕੰਡਰੀ ਰੱਖਿਆ ਜਾਂਦਾ। ਪਰ ਦੂਜੇ ਪਾਸੇ ਤੁਸੀਂ ਸਾਊਥ ਏਰੀਆ ਦੇਖੋ, ਉੱਥੇ ਪ੍ਰਾਇੋਰਟੀ ਦੇ ਕੰਮ पर ਹੁੰਦੇ मुझे ऐसा लगता है कि इसके लिए हमें अपने देखिए हम किसी के कंधे पर रख के बंदूक नहीं चला सकते। हमें अपने काम के लिए अपने आप खड़ा होना चाहिए। उस एरिया के लोगों को अपने एरिया को और अपने आप को प्रूव करने के लिए उनको खुद मेहनत करनी चाहिए और हेल्प। ਅੱਜ ਜਦੋਂ ਇਲੈਕਸ਼ਨ ਹੋ ਰਹੀ ਹੈ ਤੇ ਅਸੀਂ ਆਪਣੇ ਰਿਪਰੈਜ਼ੈਂਟੇਟਿਵ ਨੂੰ ਕਹਿ ਸਕਦੇ ਹਾਂ ਕਿ ਅਸੀਂ ਪਿਛਲੇ ਸਮੇਂ ਵਿੱਚ ਇਹ ਪ੍ਰੋਬਲਮ फेस बिल्कुल, ਕੀਤੀ ये है। बातें उनको पॉइंट बनाने हैं और जाके उससे जैसे आज आप शो करके सोसाइटी को एजुकेट कर रहे हैं, उनको भी अपनी बातें ऐसे लोगों के बीच में रखनी चाहिए। उसके लिए उनको खुद जागरूक होना पड़ेगा। कोई किसी की मदद तब कर सकता है जब पहले उसको अपनी खुद की मदद करनी होती है। तो इसलिए उन एरिया के जो लोग हैं उनको जागरूक होना चाहिए, उनको उसके लिए बात करनी चाहिए सोसाइटी में अपनी कंप्लेंट्स, फिर वो कंप्लेंट्स की लिस्ट दिखानी चाहिए कि आपने हमसे ये सोच के वोटें ली थी। तो इसलिए आपको खुद से खुद काम करना होगा। हम लोग क्या कर सकते हैं, वो जो कहेंगे उनकी हाँ में हाँ करें, उनके साथ प्रोटेस्ट कर सकते हैं, वो जो हम ये सब कर सकते हैं। ਇਹ ਹੁੰਦਾ ਜੀ ਇੱਕ ਪ੍ਰੋਬਲਮ ਜਿਹੜੀ ਕਾਮਨ ਰਹੀ ਆ ਵਿਨੀਪੈਗ ਬਾਰੇ ਇਹ ਪ੍ਰਸਿੱਧ ਹੈ ਕਿ ਦੋ ਹੀ ਸੀਜ਼ਨ ਹੁੰਦੇ, ਇੱਕ ਵਿੰਟਰ ਕੰਸਟਰਕਸ਼ਨ ਸੀਜ਼ਨ। ਕੰਸਟਰਕਸ਼ਨ ਸੀਜ਼ਨ ਦਾ ਮਤਲਬ ਰੋਡ ਜਿਹੜੀਆਂ ਉਹਨਾਂ ਨੂੰ ਰਿਪੇਅਰ ਕੀਤਾ ਜਾਂਦਾ ਜਾਂ ਨਵੀਆਂ ਬਣਾਈਆਂ ਜਾਂਦੀਆਂ, ਇਸ ਤਰ੍ਹਾਂ ਦੀ ਗੱਲ। ਕਈ ਸੜਕਾਂ ਇਹੋ ਜਿਹੀਆਂ ਹੈਗੀਆਂ ਜੀ, ਉਂਝ ਵੈਸੇ ਸਮਰ ਦੇ ਵਿੱਚ ਤੁਸੀਂ ਸ਼ਹਿਰ ਦੇ ਕਿਸੇ ਪਾਸੇ ਚਲੇ ਜਾਵੋ ਤੁਹਾਨੂੰ ਕੰਸਟਰਕਸ਼ਨ ਹੁੰਦੀ ਮਿਲੇਗੀ, ਤੁਹਾਨੂੰ ਰੋਡ ਕਲੋਜ਼ ਮਿਲੇਗੀ, ਤੁਹਾਨੂੰ ਜਿਹੜਾ ਟ੍ਰੈਫਿਕ ਡਾਈਵਰਟ ਹੁੰਦਾ ਮਿਲੇਗਾ। ਪਰ ਕੁਝ ਕੰਮ ਇਦਾਂ ਦੇ ਵੀ ਹੋ ਸਕਦੇ ਆ ਜਿੱਥੇ ਐਮਰਜੈਂਸੀ ਆ ਉੱਥੇ ਰਾਊਂਡ ਦੀ ਕਲੌਕ ਕੰਮ ਕਰ ਲਿਆ ਜਾਵੇ, ਛੇਤੀ ਨਿਬੜ ਜਾਂਦਾ। ਜਾਂ ਰੋਡ ਇੱਕ ਕਲੋਜ਼ ਕਰ ਦਿੰਦੇ ਹੈਗੇ ਉਹ ਹਫਤਾ ਉੱਥੇ ਕੰਮ ਹੀ ਨਹੀਂ ਹੁੰਦਾ। ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਦੇਖੋ ਪ੍ਰੈਕਟੀਕਲੀ ਤਾਂ ਮੈਂ ਕਈ ਵਾਰ ਦੇਖਦਾ ਕਿ ਲੰਮੀਆਂ ਬ੍ਰੇਕਾਂ ਤੇ ਜਾਂਦੇ EMPLOYEES ਹੁੰਦੇ ਆ, ਕਰੂ ਖੜੇ ਹੁੰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸੇਮ ਅਗਰ ਮਾਰਨਿੰਗ ਤੁਸੀਂ ਲੰਘੇ ਹੈਗੇ ਹੋ, ਸ਼ਾਮ ਨੂੰ ਤੁਸੀਂ ਵਾਪਸ ਆਏ ਹੋ ਤਾਂ ਤੁਸੀਂ ਦੇਖਦੇ ਹੋ ਕਿੰਨਾ ਕੰਮ ਹੋਇਆ, ਨੈਗਲੀਜੀਬਲ ਹੋਇਆ ਹੁੰਦਾ। ਅਕਾਊਂਟੇਬਿਲਿਟੀ ਸੈੱਟ ਕਰਨੀ ਬਹੁਤ ਜ਼ਰੂਰੀ ਹੈ। ਯੂਨਿਟੀ ਆਫ ਡਾਇਰੈਕਸ਼ਨ ਜਿਹੜੀ ਹੈ, ਯੂਨਿਟੀ ਆਫ ਕਮਾਂਡ ਜਿਹੜੀ ਹੈ, ਕਿਹੜਾ ਬੰਦਾ ਕਿਹਨੂੰ, ਇਹਦੇ ਬਾਰੇ ਦੇਖੋ ਆਮ ਬੰਦਾ ਪਾਰਟਿਸਿਪੇਟ ਕਰਕੇ ਨਹੀਂ ਦੱਸ ਸਕਦਾ ਵੀ ਤੁਸੀਂ ਇਸ ਤਰ੍ਹਾਂ ਕੰਮ ਕਰੋ। ਸਿਟੀ ਨੂੰ ਇਹਦੇ 'ਚ ਕਰਨਾ ਪਏਗਾ ਜਾਂ ਜੋ ਵੀ ਜਿਹੜੇ ਨੁਮਾਇੰਦੇ ਅਸੀਂ ਚੁਣ ਰਹੇ ਹਾਂ ਹਾਂਜੀ ਉਹਨਾਂ ਨੂੰ ਹਾਂਜੀ ਹਾਂ। ਹੁਣ ਇਹ ਹੈ ਤੁਸੀਂ ਇੱਕ ਹੁਣੇ ਜਸਟ ਇੱਕ ਗੱਲ ਕੀਤੀ ਸੀ ਕਿ ਉਹ ਜਦੋਂ ਤੁਸੀਂ ਕਿਸੇ ਕਾਉਂਸਲਰ ਨੂੰ ਜਾਂਦੇ ਹੋ ਉਹਨੇ ਆਪਣੇ ਆਫਿਸ 'ਚ ਇੱਕ ਪੇਡ EMPLOYEE ਰੱਖਿਆ ਜਿਹਨੂੰ ਸੈਕਟਰੀ ਕਹਿੰਦੇ ਆ, ਗਵਰਨਮੈਂਟ ਦਾ ਪੇਡ ਹੈ। ਉਹਨੂੰ ਤੁਸੀਂ, ਮੈਂ ਐਗਜ਼ਾਮਪਲ ਦੇਣਾ, ਇੱਕ ਕਾਉਂਸਲਰ ਤੇ ਮੈਂ ਇੱਕ ਅਸਿਸਟੈਂਟ ਨੂੰ ਮਿਲਿਆ ਜੀ, ਤਕਰੀਬਨ ਅਪ੍ਰੈਲ ਦੇ ਮਹੀਨੇ 'ਚ ਮਿਲਿਆ ਸੀ ਮੈਂ। ਕੁਝ ਇਸ਼ੂਜ਼ ਸੀ ਪਾਣੀ ਦੇ ਨਾਲ ਰਿਲੇਟਡ, ਜਿਹੜੇ ਰੈਂਟਲ ਪ੍ਰੋਪਰਟੀਜ਼ ਹੈ, ਕਿ ਇਹ ਦੇਣਾ ਚਾਹੀਦਾ, ਕਿਉਂ ਤੁਸੀਂ ਲੈਂਡਲੋਰਡ ਦੇ ਪਿੱਛੇ ਭੱਜਦੇ ਹੋ ਜਦੋਂ ਉਹ ਅਨਪੇਡ ਹੁੰਦੇ ਆ। ਹੋਰ ਵੀ ਜਿਹੜੇ ਸਿਟੀ ਰਿਲੇਟਡ ਘਰ ਦੇ ਨਾਲ ਰਿਲੇਟਡ ਜਿਹੜੇ ਇਸ਼ੂਜ਼ ਹੈਗੇ ਉਹਦੇ ਬਾਰੇ ਮੈਂ ਮਿਲਿਆ ਸੀ ਉਹਨਾਂ ਨੂੰ। ਤੇ ਐਟ ਦਾ ਐਂਡ ਆਫ ਦਾ ਮੀਟਿੰਗ ਆਫ ਦਾ 2 ਆਵਰਸ ਉਸ ਬੰਦੇ ਨੇ ਕਿਹਾ ਜੀ ਕਿ ਮੈਨੂੰ ਤੁਸੀਂ ਈਮੇਲ ID ਦੇ ਦਿਓ ਆਪਣਾ, ਆਲ ਕਾਲ ਯੂ ਬੈਕ ਆਫਟਰ ਗੈਟਿੰਗ ਆਲ ਦਾ ਇਨਫੋਰਮੇਸ਼ਨ। ਸਰ ਹੁਣ ਦੇਖ ਲਓ ਟਿਲ ਰਾਈਟ ਨਾਓ ਕੋਈ ਕਿਸੇ ਨੇ ਕਾਲ ਨਹੀਂ ਕੀਤਾ, 6 ਮਹੀਨੇ ਤੋਂ ਕੋਈ ਰਿਸਪੌਂਸ। ਇੱਕ ਬੜਾ ਵਧੀਆ ਇਹਨਾਂ ਨੇ ਇਸ਼ੂ ਰੇਜ਼ ਕੀਤਾ ਕਿ ਪ੍ਰਾਪਰਟੀ ਤੁਸੀਂ ਰੈਂਟ ਤੇ ਦਿੰਦੇ ਹੋ, ਟੈਨੈਂਟ ਜਿਹੜਾ ਹੈਗਾ ਤੁਹਾਡਾ ਵਾਟਰ ਬਿੱਲ ਜਾਂ ਇਲੈਕਟ੍ਰਿਸਿਟੀ ਬਿੱਲ ਪੇ ਨਹੀਂ ਕਰਦਾ, ਓਵਰਡਿਊ ਹੋ ਗਿਆ। ਉਹ ਕਹਿੰਦੇ ਜੀ ਇਹ ਤਾਂ ਜਿਹੜਾ ਓਨਰ ਹੈਗਾ ਉਹ ਪੇ ਕਰੇ। ਇਲੈਕਟ੍ਰਿਸਿਟੀ ਵਿੱਚ ਹੁੰਦਾ ਉਹ ਰਿਸਪੌਂਸਿਬਲ ਹੈ, ਲੇਕਿਨ ਜਿਹੜਾ ਪਾਣੀ ਦਾ ਹੈਗਾ, ਹਾਂਜੀ, ਅਗਰ $1000 ਹੈ, $1500 ਹੈ, 2000, ਕਈ ਕੇਸਿਸ ਤੇ ਇਸ ਤਰ੍ਹਾਂ ਹੋਇਆ ਕਿ $2,500 $3,000 ਜਿਹੜਾ ਨਾ ਪਾਣੀ ਦਾ ਬਿੱਲ ਹੈ ਉਹ ਲੈਂਡਲੋਰਡ ਨੂੰ ਪੇ ਕਰਨਾ ਪਿਆ ਔਰ ਬੜਾ ਪੇਨਫੁਲ ਹੁੰਦਾ। ਅਗਰ $1000 ਉਹ ਸਾਰਾ ਜਿਹੜਾ ਟੈਕਸ ਦੇ ਵਿੱਚ ਜਾਂਦਾ, ਉਹਨੂੰ ਇਹ ਵੀ ਪਤਾ ਹੈ ਕਿ ਜਿਹੜਾ ਬੰਦਾ ਰਿਸਪੌਂਸਿਬਲ ਹੈ ਇਸ ਵਾਸਤੇ ਪਾਣੀ, ਉਹ ਸਾਹਮਣੇ ਉਹਦਾ ਐਡਰੈਸ ਵੀ ਪਤਾ ਉਹਨੂੰ, ਲੇਕਿਨ ਸਿਟੀ ਕਹਿੰਦੀ ਕਿ ਨਹੀਂ ਅਸੀਂ ਉਹਦੇ ਪਿੱਛੇ। ਇਹ ਕੀ ਚੇਂਜ ਨਹੀਂ ਹੋਣ ਦੀ ਲੋੜ, ਪੁਰਾਣੇ ਬਾਬੇ ਆਦਮ ਵੇਲੇ ਦਾ ਕਾਨੂੰਨ ਬਣਿਆ। सर देखिए कानून इसीलिए बदले जाते हैं कि जो चीज़ें हर बार कोई परफेक्ट नहीं होता। मान लीजिए कुछ चीज़ें कमियां रह गई तो उनको ये सब चीज़ें मिलकर ये कौन करेगा, चेंज कर लेना चाहिए, चेंज करना ही चाहिए। और ये सब कौन करेगा, ये जो हमारे जो हम जिनको चुन के यहाँ भेजते हैं पार्लियामेंट में, उन्होंने ये इशू रखने हैं। पहले तो सबसे बड़ी बात है वो खुद कन्वेंस होने चाहिए, वो खुद आके पर्सनली आपसे बात करें, उनको खुद को इस चीज़ के लिए जागरूक होना पड़ेगा। जी हमें बोलना है जाके, बिल्कुल उनको पता, और वो चुप लगा के बैठ जाएंगे तो काम नहीं बनेगा। ਜਿਵੇਂ ਜੀ ਇੱਕ ਪ੍ਰੋਬਲਮ ਹੋਰ ਹੈ ਸਿਟੀ ਦੇ ਵਿੱਚ, 600 ਤੋਂ ਲੈ ਕੇ 700 ਤੱਕ ਪ੍ਰਾਪਰਟੀਆਂ ਜਿਹੜੀਆਂ ਵੇਕੈਂਟ ਪਈਆਂ, ਯਾਨੀ ਘਰ ਹੈ ਖਾਲੀ ਹੈ, ਦੂਜੇ ਚੌਥੇ ਦਿਨ ਉੱਥੇ ਅੱਗ ਲੱਗਣ ਦੀ ਖਬਰ ਆ ਜਾਂਦੀ ਹੈ। ਉਹ ਸਿਟੀ ਉਹਦੇ ਤੇ ਕਿਉਂ ਨਹੀਂ ਕੋਈ ਇਦਾਂ ਦਾ ਕੰਟਰੋਲ ਕਰਦੀ?
ਕਿ ਉੱਥੇ ਉਹ ਵੇਕੈਂਟ ਨਾ ਰਹਿਣ, ਉਹਨਾਂ ਦੇ ਓਨਰ ਲੱਭੇ ਜਾਣ, ਉਹਨਾਂ ਨੂੰ ਸਲਾਹ ਦਿੱਤੀ ਜਾਵੇ ਕਿ ਛੋਟੀ ਮੋਟੀ ਰਿਪੇਅਰ ਕਰਕੇ ਇਹਨੂੰ ਰੈਂਟ ਆਊਟ ਕੀਤਾ ਜਾਵੇ ਤਾਂ ਕਿ ਨੁਕਸਾਨ ਨਾ ਹੋਵੇ। ਹੁਣ ਜਦੋਂ ਅੱਗ ਲੱਗਦੀ ਹੈ ਜੀ, ਗੁਆਂਢੀਆਂ ਦੇ ਘਰਾਂ ਤੋਂ ਵੀ ਸੇਕ ਲੱਗਦਾ, ਪੁਲਿਸ ਉੱਥੇ ਜਾਂਦੀ ਹੈ, ਫਾਇਰ ਵਾਲੇ ਜਾਂਦੇ ਆ, ਐਂਬੂਲੈਂਸ ਜਾਂਦੀ ਹੈ, ਕਈ ਵਾਰ ਇੱਦਾਂ ਦੀਆਂ ਪ੍ਰੋਬਲਮਸ ਆਉਂਦੀਆਂ। ਇਹਦੇ ਬਾਰੇ ਤੁਹਾਡਾ ਕੀ ਖਿਆਲ? ਦੇਖੋ ਵੈਨਕੂਵਰ 'ਚ ਇੱਕ ਇਹਨਾਂ ਨੇ ਲਾ ਇੰਟਰੋਡਿਊਸ ਕੀਤਾ ਹੈ ਕਿ ਅਗਰ ਤੁਹਾਡੀ ਪ੍ਰਾਪਰਟੀ Vacant 2 ਰਹੇਗੀ। ਮਹੀਨੇ ਤੋਂ ਵੱਧ ਵੇਕੈਂਟ ਹੈ, ਤੁਹਾਨੂੰ ਇੱਕ Tax pay ਕਰਨਾ ਪਏਗਾ। ਵੈਕੈਂਸੀ ਟੈਕਸ ਹੁੰਦਾ ਉਹ ਪੇ ਕਰਨਾ ਪੈਂਦਾ ਹੈਗਾ, ਕਿਉਂਕਿ ਉੱਥੇ ਇੱਕ ਨਵਾਂ ਟ੍ਰੈਂਡ ਸੀ ਕਿ ਲੋਕੀ ਇਨਵੈਸਟ ਕਰਕੇ ਬਾਏ ਕਰਕੇ ਵੱਡੀ ਅਪਾਰਟਮੈਂਟ ਬਿਲਡਿੰਗ ਜਿਹੜੀ ਆ ਉਹਨੂੰ ਵੇਕੈਂਟ ਛੱਡ ਦਿੰਦੇ ਸੀ ਕਿ ਥੋੜਾ ਐਪਰੀਸ਼ੀਏਟ ਹੋਏਗਾ, ਫਿਰ ਉਹਨੂੰ ਟਰਨਓਵਰ ਕਰ ਦਾਂਗੇ ਇਹਨੂੰ, ਹੈ ਨਾ ਜੀ। ਲੇਕਿਨ ਇੱਥੇ ਥੋੜਾ ਜਿਹਾ ਸਿਨੈਰੀਓ ਡਿਫਰੈਂਟ ਹੈ। ਇੱਥੇ ਇਹ ਹੈ ਕਿ ਅਗਰ ਤੁਸੀਂ ਕੋਈ ਰੈਂਟ ਤੇ ਪ੍ਰਾਪਰਟੀ ਦਿੱਤੀ ਹੈ ਤੇ ਉਹਦੇ 'ਚ ਸਾਲ 1.5 ਸਾਲ ਰਹਿ ਕੇ ਬੰਦਾ ਗਿਆ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਹੈ ਕਿ ਇੱਥੇ ਕਾਫੀ ਡੈਮੇਜ ਹੋ ਗਿਆ, ਉਹਨੂੰ 2 ਜਾਂ 3 ਮਹੀਨੇ ਨਾਰਮਲੀ ਲੱਗ ਜਾਂਦੇ ਹੈਗੇ ਰਿਸੈਸੀਟੇਟ ਕਰਨ ਵਾਸਤੇ ਨਾ, ਬੈਕ ਟੂ ਦਾ ਨਾਰਮਲ ਕਰਨ ਵਾਸਤੇ। ਲੇਕਿਨ ਉਸ ਦੇ ਦੌਰਾਨ ਜਦੋਂ ਉਹ ਪ੍ਰਾਪਰਟੀ ਜਿਹੜੀ ਐਡਵਰਟਾਈਜ਼ ਹੋ ਜਾਂਦੀ ਹੈ ਜਾਂ ਉਹਦੇ ਬਾਰੇ ਇੱਕ ਓਪੀਨੀਅਨ ਬਣਨ ਦੀ ਖਾਲੀ ਹੈ, ਜਾਂ ਤੇ ਉਹ ਲੋਕੀ ਜਿਹੜਾ ਗਾਰਬੇਜ ਆ ਉਹ ਡੰਪ ਕਰਨਾ ਸ਼ੁਰੂ ਕਰ ਦਿੰਦੇ ਐਟ ਦ ਬੈਕ। ਕ੍ਰਾਈਮ ਵੀ ਉੱਥੇ ਕ੍ਰਾਈਮ ਦੇ ਚਾਂਸਸ ਹੈਗੇ। ਈਵਨ ਕੁਝ ਪ੍ਰਾਪਰਟੀਜ਼ ਇਸ ਤਰ੍ਹਾਂ ਵੀ ਦੇਖਿਆ ਗਿਆ ਕਿ ਉਹ ਬ੍ਰੇਕ ਇਨ ਕਰਕੇ ਅੰਦਰ ਉਹ ਟੀਕੇ ਟਕੇ ਲਾ ਕੇ ਸਰਿੰਜਾਂ ਤੁਹਾਨੂੰ ਮਿਲਦੀਆਂ ਹੈ ਨਾ ਜੀ। ਔਰ ਥਰਡ ਚੀਜ਼ ਇਹ ਹੈ ਕਿ ਕਈ ਪਲੰਬਿੰਗ ਚੋਰੀ ਹੋ ਜਾਂਦੀ ਹੈ। ਫੋਰਥ ਚੀਜ਼ ਇਹ ਹੈ ਕਿ ਅੱਗ ਲੱਗ ਜਾਂਦੀ ਹੈ, ਅੱਗ ਵੀ ਫਰ ਫਨ ਸੇਕ ਲਗਾ ਦਿੰਦੇ ਹੈਗੇ। ਤੇ ਅਲਟੀਮੇਟਲੀ ਕੀ ਹੈ ਕਿ ਉਹ ਕੋਲੈਕਟਿਵ ਜਿਹੜਾ ਇੰਸ਼ੋਰੈਂਸ ਹੈ ਸਾਰੇ ਲੋਕਾਂ ਦੀ, ਵੈਕੈਂਸੀ ਜਿਹੜੀ ਹੈ ਵੇਕੈਂਟ ਇੰਸ਼ੋਰੈਂਸ ਜਿਹੜੀ ਉਹ ਵੱਧ ਜਾਂਦੀ ਹੈਗੀ ਹੈ ਨਾ। ਕਈ ਏਰੀਆ 'ਚ ਇਹ ਵੀ ਦੇਖਿਆ ਗਿਆ ਕਿ ਇੰਸ਼ੋਰੈਂਸ ਕੰਪਨੀਜ਼ ਨੇ ਰਿਫਿਊਜ਼ ਹੀ ਕਰਤਾ ਕਿ ਆਪਾਂ ਕਲੇਮ ਨਹੀਂ ਦਿੱਤੇ ਨਹੀਂ, ਹਾਂ ਕਰਨਾ ਹੀ ਨਹੀਂ ਹੈ, ਇੰਸ਼ੋਰੈਂਸ ਨਹੀਂ ਕਰਨੀ। ਸੋ ਇਹ ਹੈ ਕਿ ਅਗੇਨ ਮੈਂ ਇੱਕ ਚੀਜ਼ ਤੇ ਮੈਂ ਜ਼ੋਰ ਦਊਂਗਾ ਕਿ ਆਪਾਂ 2-3 ਸਾਲ ਪਹਿਲੇ ਇੱਕ ਪ੍ਰੋਗਰਾਮ ਕੀਤਾ ਸੀ ਕਮਿਊਨਿਟੀ ਪੁਲਿਸਿੰਗ ਤੇ। ਕਮਿਊਨਿਟੀ ਪੁਲਿਸਿੰਗ ਤੇ ਹੈ ਨਾ। ਇੰਸਟੈਡ ਆਫ ਗੈਟਿੰਗ 10 ਪੀਪਲ ਫਰਮ ਆਊਟ ਆਫ ਦਾ ਏਰੀਆ, ਤੁਸੀਂ ਅਗਰ ਇੱਕ ਬੰਦਾ ਪੁਲਿਸ 'ਚ ਕਮਿਊਨਿਟੀ ਉਸ ਏਰੀਆ ਦੇ ਲੈ ਲਓ, ਉਹਨੂੰ 10 ਬੰਦੇ ਨਾਲ ਜ਼ਿਆਦਾ ਪਤਾ ਹੋਏਗਾ ਵੀ ਕਿਹੜਾ ਬੰਦਾ ਹੈ, ਕਿੱਥੇ ਹੈ, ਕਿਹੜਾ ਸਭ ਪਤਾ ਹੋਏਗਾ। ਸੋ ਕਮਿਊਨਿਟੀ ਪੁਲਿਸਿੰਗ ਜਿਹੜੀ ਹੈ ਉਹਨੂੰ ਬੂਸਟ ਅਪ ਕਰਨ ਦੀ ਲੋੜ ਹੈ। ਅਗਰ ਕਮਿਊਨਿਟੀ ਪੁਲਿਸਿੰਗ ਕਰਦੇ ਹੋ, ਇੱਕ ਤਾਂ ਇੰਪਲੋਇਮੈਂਟ ਦੇ ਬਣੇਗਾ ਹੈ ਨਾ ਜੀ, ਇੱਕ ਤੁਹਾਨੂੰ ਉਸ ਏਰੀਆ ਦੇ ਨਾਲ ਇੰਟਰੈਕਸ਼ਨ ਹੋਏਗੀ, ਤੀਜਾ ਜਿਹੜਾ ਕ੍ਰਾਈਮ ਰੇਟ ਵੀ ਘੱਟ ਹੋਣ ਦੇ ਚਾਂਸਸ ਹੈਗੇ ਆ। ਲਾਸਟ ਕੁਐਸਚਨ ਅੰਜੂ ਜੀ ਮੈਂ ਤੁਹਾਡੇ ਕੋਲ ਪੁੱਛਣਾ ਜੀ, ਸਿਟੀ ਦੇ ਚਫੇਰੇ ਡਿਵੈਲਪਮੈਂਟ ਹੋ ਰਹੀ ਹੈ, ਡਿਵੈਲਪਮੈਂਟ ਇਨ ਦੀ ਸੈਂਸ ਘਰ ਬਣ ਰਹੇ ਆ ਜੀ, ਧੜ ਬਣ ਰਹੇ ਆ, ਬੜੀ ਡਿਵੈਲਪਮੈਂਟ ਹੋ ਰਹੀ ਆ, ਘਰ ਲੋਕੀ ਲੈ ਰਹੇ ਹੈਗੇ ਆ। ਕੀ ਇਹਨੂੰ ਸਿਟੀ ਦੀ ਡਿਵੈਲਪਮੈਂਟ ਮੰਨਿਆ ਜਾਵੇ ਜਾਂ ਕੋਈ ਡਿਵੈਲਪਮੈਂਟ ਹੋਰ ਵੀ ਹੁੰਦੀ ਕੋਈ? जी सर, सिटी की डेवलपमेंट है और सिटी की डेवलपमेंट है, साथ में ये हमारी देखिए ये जितनी भी डेवलपमेंट होती है ये इम्प्रूवमेंट है। हमारे यहाँ जितने लोग आ रहे हैं ये उनके लिए है। इससे बहुत सारी चीज़ें डेवलप होती है, जैसे जवानदा जी कहते हैं एम्प्लॉयमेंट उसका डेवलप होता है, बच्चों के स्कूल बन रहे हैं, टीचर्स को एम्प्लॉयमेंट मिल रहा है, बिजनेसेस। सो इसलिए इस डेवलपमेंट को, और एक चीज़ और मैं कहना चाहती हूँ, मैं आपसे इशू, जैसे मान लीजिए बहुत से न्यू डेवलपमेंट बन रही है, स्कूल इसके बहुत सालों बाद जाके बनते हैं। जैसे दिन आपने डेवलपमेंट करी उससे पहले आप स्कूल की नींव रखें। बिल्कुल, क्योंकि मैंने ऐसे हम स्कूल, जैसे हॉस्पिटल, लाइब्रेरी, चलिए कम्युनिटी सेंटर, सारा कुछ होना चाहिए। सबसे पहले स्कूल, सबसे पहले जैसे स्कूल होने से ये होता है ना कि लोग कंफर्टेबल हो जाते हैं। उस जगह की वैल्यू बढ़ना घटना दूसरी चीज़ है, मगर लोगों को कंफर्ट जोन है। अगर आप हमारे एरिया में जगह नहीं है, आप चले जाए मेपल्स में जगह नहीं है या एम्बेटिस में जगह नहीं है, जो लोग नया घर खरीद रहे हैं, बना रहे हैं, कुछ भी कर रहे हैं, उनके बच्चों को भेजने के लिए फिर वापस आना पड़ता है। तो इस डेवलपमेंट को सपोर्ट करने के लिए भी हमें ऐसी चीज़ों की बड़ी सख्त ज़रूरत है। ਇਸੇ ਟੌਪਿਕ ਤੇ ਤੁਸੀਂ ਦੱਸੋ ਜਵੰਦਾ ਜੀ। ਮੈਂ ਦੋ ਚੀਜ਼ਾਂ ਨੂੰ ਮੰਨਦਾ ਜੀ, ਇੱਕ ਤਾਂ ਐਕਸਪੈਂਸ਼ਨ ਹੁੰਦੀ ਹੈ ਜੀ, ਡਿਵੈਲਪਮੈਂਟ ਜਿਹੜੀ ਇੱਕ ਹੁੰਦੀ ਹੈ ਕਿ ਜੋ ਆਲਰੇਡੀ ਏਰੀਆ ਸੈਟਅਪ ਹੋ ਗਿਆ ਹੈ ਜਾਂ ਜਿਹੜਾ 50 ਸਾਲ 60 ਸਾਲ 70 ਸਾਲ ਪੁਰਾਣਾ ਏਰੀਆ ਉਹਨੂੰ ਮੇਨਟੇਨ ਕਰਨਾ ਹੈ ਨਾ ਜੀ, ਮੇਨਟੇਨੈਂਸ ਐਂਡ ਐਕਸਪੈਂਸ਼ਨ ਹੈ ਨਾ। ਜਦੋਂ ਅਸੀਂ ਐਕਸਪੈਂਸ਼ਨ ਨੂੰ ਡਿਵੈਲਪਮੈਂਟ ਸਮਝ ਲੈਂਦੇ ਹਾਂ ਔਰ ਦੂਸਰੀ ਚੀਜ਼ ਨੂੰ ਇਗਨੋਰ ਕਰਦੇ ਹਾਂ, ਫਿਰ ਤੇ ਉਹ ਪੰਜਾਬੀ ਚ ਕਹਾਵਤ ਐਕਸਪੈਂਸ਼ਨ ਆ ਮਤਲਬ। ਹਾਂਜੀ ਨਹੀਂ, ਜਦੋਂ ਅਸੀਂ ਐਕਸਪੈਂਸ਼ਨ ਨੂੰ ਡਿਵੈਲਪਮੈਂਟ ਸਮਝ ਲੈਂਦੇ ਹਾਂ ਤੇ ਲੇਕਿਨ ਜਿਹੜਾ ਆਲਰੇਡੀ ਸੈਟਅਪ ਹੈਗਾ ਤੁਹਾਡਾ ਸਿਸਟਮ ਉਹਨੂੰ ਅਸੀਂ ਪ੍ਰੋਪਰਲੀ ਮੇਨਟੇਨ ਨਹੀਂ ਕਰਦੇ, ਉਹਨੂੰ ਅਸੀਂ ਕਹਿੰਦੇ ਹਾਂ ਜੀ ਅੱਗਾ ਦੌੜ ਤੇ ਪਿੱਛਾ ਚੌੜ ਹੈ ਨਾ ਜੀ। ਸੋ ਮੇਰਾ ਇਹ ਮੰਨਣਾ ਹੈ ਕਿ ਅਗਰ ਜਿਹੜਾ ਹੁਣ ਡਾਊਨਟਾਊਨ 'ਚ ਕਈ ਬਿਲਡਿੰਗਸ ਜਿਹੜੀਆਂ ਨੇ ਅਗਰ ਰਿਪੇਅਰ ਕਰਕੇ ਉਹਨਾਂ ਨੂੰ ਡਿਵੈਲਪ ਕੀਤਾ ਜਾਏ ਤੇ ਤੁਹਾਨੂੰ ਉਹੀ ਐਕਸਪੈਂਡ ਕਰਨ ਦੀ ਲੋੜ ਨਹੀਂ ਬਾਹਰ ਜਾਂਦੇ ਹੈ ਨਾ ਜੀ। ਤੇ ਉਹ ਕਈ ਘਰ ਵੀ ਇਸ ਤਰ੍ਹਾਂ ਦੇ ਹੈਗੇ ਨੇ, ਉਹਨਾਂ ਨੂੰ ਅਸਿਸਟੈਂਸ ਦੇਣੀ। ਹੁਣ ਸਿਟੀ ਕੋਲ ਪੈਸਾ ਤਾਂ ਕਾਫੀ ਹੈ, ਜੋ ਮਰਜ਼ੀ ਹੈ, ਅਗਰ ਪ੍ਰੋਪਰ ਫੰਡ ਐਲੋਕੇਸ਼ਨ ਕੀਤੀ ਜਾਏ ਤੇ ਨਾਨ ਪਲੈਨਡ ਐਕਸਪੈਂਡੀਚਰ ਅਗਰ ਘਟਾਏ ਜਾਣ। ਮੈਂ ਫਿਰ ਇੱਕ ਵਾਰੀ ਤੁਹਾਨੂੰ ਯਾਦ ਹੈ ਨਾਨ ਪਲੈਨਡ ਐਕਸਪੈਂਡੀਚਰ ਹੈ ਨਾ, ਕੋਈ ਰੈਂਡਮ ਚੱਕ ਲਿਆ, ਕੋਈ ਪ੍ਰੋਜੈਕਟ ਚੱਕ ਲਿਆ ਜੀ ਕਿਸੇ ਦੀ ਰਿਕਮੈਂਡੇਸ਼ਨ ਤੇ ਉੱਤੇ ਤੁਸੀਂ ਕੁਝ ਮਿਲੀਅਨ ਖਰਚ ਕਰ ਦਿੱਤੇ, ਲੇਕਿਨ ਉਹ ਵਾਇਬਲ ਨਹੀਂ ਹੈਗਾ ਹੈ ਨਾ। ਇਸ ਤੋਂ ਬੈਟਰ ਹੈ ਕਿ ਜਿਹੜਾ ਆਲਰੇਡੀ ਐਸਟੈਬਲਿਸ਼ਡ ਸਿਸਟਮ ਹੈਗਾ, ਅਗਰ ਉੱਥੇ ਤੁਸੀਂ ਉਹਨੂੰ ਪ੍ਰੋਟੈਕਸ਼ਨ ਵਾਸਤੇ, ਉਹਨੂੰ ਮੇਨਟੇਨੈਂਸ ਵਾਸਤੇ, ਮੈਨੂੰ ਯਾਦ ਆਉਂਦਾ ਇੱਕ ਵਾਰੀ ਕਿ ਘਰਾਂ ਦੇ ਬਿੱਲ ਬਹੁਤ ਆਉਂਦੇ ਸੀ, ਅੱਜ ਤੋਂ 6-7 ਸਾਲ ਪਹਿਲੇ ਦੀ ਗੱਲ ਹੈ। ਅਤੇ ਮੇਰੀ ਨਾਰਥ ਐਂਡ 'ਚ ਇੱਕ ਪ੍ਰੋਪਰਟੀ ਸੀ ਅਤੇ ਉਹਦੇ ਵਾਸਤੇ ਉਹਨਾਂ ਨੇ ਨਾ
ਹੀਟਿੰਗ ਪ੍ਰੋਜੈਕਟ ਸ਼ੁਰੂ ਕੀਤੇ ਉਹਨਾਂ ਨੇ, ਇਨਸੂਲੇਟ ਕਰਦੇ ਸੀ ਹਾਂਜੀ ਹਾਂਜੀ ਪ੍ਰਾਇੋਰਟੀ ਬੇਸਿਸ ਤੇ, ਹੈ ਨਾ ਜੀ, ਕਿ ਪਾਣੀ ਦੀ ਸੇਵ ਕਰਨ ਵਾਸਤੇ ਵੀ ਉਹਨਾਂ ਨੇ ਹਾਂਜੀ ਇਨਸੂਲੇਸ਼ਨ, ਕਿ ਉਹ ਇਨਸੂਲੇਟ ਇੰਜੈਕਟ ਕਰਕੇ ਉਹ ਘਰ ਗਰਮ ਰਹਿੰਦਾ ਸੀ। ਜੇ ਇੱਕ ਘਰ ਦੇ ਵਿੱਚੋਂ ਤੁਸੀਂ ਤਕਰੀਬਨ ਤੁਸੀਂ $1000 ਵੀ ਪਰ ਈਅਰ ਬਚਾ ਲਿਆ ਇਸ ਕਰਕੇ, ਮੇਰੇ ਖਿਆਲ 'ਚ ਇਸ ਤਰ੍ਹਾਂ ਦੇ ਮਲਟੀਫੀਰੀਅਸ ਪ੍ਰੋਜੈਕਟ ਜਿਹੜੇ ਨੇ ਉਹ ਲਏ ਜਾ ਸਕਦੇ ਨੇ, ਰਾਦਰ ਦੈਨ ਕਿ ਤੁਸੀਂ ਕਹੋ ਜੀ ਕਿ ਸਾਡਾ ਵੈਸਟ ਸੇਂਟ ਪਾਲ ਤੋਂ ਵੀ ਅੱਗੇ ਹੋ ਗਿਆ ਜੀ, ਫਲਾਣਾ ਜਗ੍ਹਾ ਹੋ ਗਿਆ। ਦੈਟ ਡਜ਼ਨਟ ਮੇਕਸ ਐਨੀ ਡਿਫਰੈਂਸ। ਪੈਰੀਮੀਟਰ ਤੋਂ ਬਾਹਰ ਲੰਘ ਗਿਆ, ਇਹ ਕੋਈ ਡਿਵੈਲਪਮੈਂਟ ਨਹੀਂ ਹੈ, ਇਹ ਡਿਵੈਲਪਮੈਂਟ ਨਹੀਂ, ਆਲਰੇਡੀ ਸਿਸਟਮ ਡਿਵੈਲਪ ਹੈਗਾ, ਠੀਕ ਹੈ, ਉਹਨੂੰ ਮੇਨਟੇਨ ਕਰਨਾ। ਠੀਕ ਹੈ। ਇਹ ਜੀ ਸਾਰੀਆਂ ਜਿਹੜੀਆਂ ਅਸੀਂ ਗੱਲਾਂ ਡਿਸਕਸ ਕੀਤੀਆਂ, ਪ੍ਰੋਬਲਮ ਡਿਸਕਸ ਕੀਤੀਆਂ, ਇਹਦਾ ਸਿੱਧਾ ਸੰਬੰਧ ਆਮ ਲੋਕਾਂ ਨਾਲ, ਆਮ ਸ਼ਹਿਰੀਆਂ ਨਾਲ, ਸਿਟੀਜ਼ਨ ਦੇ ਨਾਲ ਹੈ, ਵਿਨੀਪੈਗ ਦੇ ਸਿਟੀਜ਼ਨ ਦੇ ਨਾਲ ਹੈ, ਵੱਖਰੇ ਵੱਖਰੇ ਏਰੀਏ 'ਚ ਜਿੱਥੇ ਵੀ ਉਹ ਰਹਿੰਦੇ। ਅਸੀਂ ਕੋਸ਼ਿਸ਼ ਇਹ ਕੀਤੀ ਕਿ ਉਹਨਾਂ ਸਾਰਿਆਂ ਨੂੰ ਥੋੜ੍ਹਾ ਥੋੜ੍ਹਾ ਛੂਈਏ, ਬਹੁਤੀ ਜ਼ਿਆਦਾ ਵਿਸਥਾਰ ਨਾਲ ਗੱਲ ਨਹੀਂ ਕੀਤੀ ਜਾ ਸਕਦੀ। ਹਾਂ, ਇੱਕ ਪਰਟੀਕੂਲਰ ਏਰੀਏ ਬਾਰੇ ਜਾਂ ਇੱਕ ਪਰਟੀਕੂਲਰ ਪ੍ਰੋਬਲਮ ਵਾਸਤੇ ਅਸੀਂ ਵੱਖਰੇ ਪ੍ਰੋਗਰਾਮ ਵੀ ਕਰਾਂਗੇ, ਪਰ ਇਹ ਮੰਗਾਂ, ਇਹ ਪ੍ਰੋਬਲਮਸ ਰੇਜ਼ ਕਰਨ ਦੀ ਗੱਲ ਜਾਂ ਇਹ ਇਸ਼ੂ ਰੇਜ਼ ਕਰਨ ਦੇ ਪਿੱਛੇ ਸਾਡਾ ਮੋਟਿਵ ਹੈ ਕਿ ਤੁਸੀਂ ਉਹ ਕੈਂਡੀਡੇਟ ਜਿਹੜੇ ਸਾਡੇ ਘਰਾਂ ਦੇ ਵਿੱਚ ਆ ਕੇ ਡੋਰ ਨੌਕ ਕਰਦੇ ਹੋ, ਸਾਨੂੰ ਕਹਿੰਦੇ ਹੋ ਕਿ ਮੈਨੂੰ ਵੋਟ ਪਾਈ ਜਾਵੇ, ਸ਼ਾਇਦ ਸਾਡੇ ਘਰ ਸਾਡੇ ਤੋਂ ਬਿਨਾਂ ਜੇ ਕੋਈ ਹੋਰ ਫੈਮਿਲੀ ਮੈਂਬਰ ਹੈ ਤਾਂ ਉਹ ਇਸ ਤਰੀਕੇ ਨਾਲ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦਾ ਆਪਣੀ ਪ੍ਰੋਬਲਮ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਤੁਹਾਡੀ ਡਿਊਟੀ ਹੈ, ਤੁਸੀਂ ਚਾਹੇ ਮੇਅਰ ਦੀ ਇਲੈਕਸ਼ਨ ਲੜ ਰਹੇ ਹੋ, ਚਾਹੇ ਕੌਂਸਲਰ ਦੀ ਇਲੈਕਸ਼ਨ ਲੜ ਰਹੇ ਹੋ, ਜਾਂ ਫਿਰ ਤੁਸੀਂ ਸਕੂਲ ਟਰਸਟੀ। ਸਕੂਲ ਨਾਲ ਸੰਬੰਧਿਤ ਵੀ ਅਸੀਂ ਗੱਲਾਂ ਕੀਤੀਆਂ, ਸ਼ਹਿਰ ਦੀਆਂ ਸੜਕਾਂ ਬਾਰੇ ਵੀ ਗੱਲਾਂ ਕੀਤੀਆਂ, ਸ਼ਹਿਰ ਦੇ ਡਿਵੈਲਪਮੈਂਟ ਬਾਰੇ ਵੀ ਗੱਲਾਂ ਕੀਤੀਆਂ। ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ? ਤੁਸੀਂ ਵਾਇਸ ਆਫ ਇੰਡੀਆ ਦੇ ਚੈਨਲ 'ਤੇ ਇਹਨੂੰ ਲਗਾਤਾਰ ਕੰਟੀਨਿਊਸਲੀ ਵੋਟਾਂ ਦੇ ਦਿਨਾਂ ਤੱਕ ਵੇਖੋਗੇ, ਸੁਣੋਗੇ। ਇਹਨੂੰ YouTube 'ਤੇ ਵੀ ਤੁਸੀਂ ਦੇਖੋਗੇ, YouTube 'ਤੇ ਤੁਸੀਂ ਲਾਈਕ ਕਰਨਾ, ਸ਼ੇਅਰ ਕਰਨਾ, ਅਤੇ ਫੇਸਬੁੱਕ 'ਤੇ ਵੀ ਇਹ ਪ੍ਰੋਗਰਾਮ ਨਾਲੋਂ ਨਾਲ ਚੱਲ ਰਿਹਾ। ਇਹ ਪ੍ਰੋਗਰਾਮ ਕਿਹੋ ਜਿਹਾ ਲੱਗਾ ਤੁਹਾਨੂੰ, ਤੁਸੀਂ ਕੌਮੈਂਟ ਲਿਖ ਕੇ ਸਾਨੂੰ ਦੱਸ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਆਵਾਜ਼ ਬਣੀ ਹੈ। ਬਹੁਤ ਬਹੁਤ ਮਿਹਰਬਾਨੀ ਤੁਹਾਡੀ ਦੋਨਾਂ ਦੀ। ਥੈਂਕ ਯੂ ਜੀ।